ਹਾਂਜੀ ਮੈਂ ਕਰ ਲੈਣਾ। ਹਾਂਜੀ ਤੇ ਪ੍ਰੇਜ਼ ਦ ਲਾਰਡ ਸਭ ਨੂੰ। ਤੇ ਅੱਜ ਦਾ ਮੈਂ ਟੌਪਿਕ ਬੋਲੂੰਗਾ ਕਿ ਵਫਾਦਾਰੀ ਤੇ ਇਮਾਨਦਾਰੀ। ਜੇ ਅਸੀਂ ਖੁਦਾ ਦੇ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਰੱਖਦੇ ਆਂਗੇ ਤਾਂ ਸਾਨੂੰ ਖੁਦਾ ਕਿਸ ਤਰ੍ਹਾਂ ਬਲੈਸ ਕਰਦਾ ਗਾ। ਤਾਂ ਮੈਂ ਅੱਜ ਦਾਨੀਏਲ ਦੀ ਸਟੋਰੀ ਬਾਰੇ ਕੁਛ ਸ਼ੇਅਰ ਕਰੂੰਗਾ ਤੁਹਾਨੂੰ। ਤਾਂ ਕੀ ਸਭ ਨੂੰ ਪਤਾ ਦਾਨੀਏਲ ਦੀ ਸਟੋਰੀ, ਬਾਕੀ ਕਾਫੀ ਲੰਮੀ ਹੈ ਲੇਕਿਨ ਮੈਂ ਵਿੱਚੋਂ ਵਿੱਚੋਂ ਵਰਸੇ 'ਚ ਪੜ੍ਹੂੰਗਾ ਕਿ ਉਸਨੇ ਖੁਦਾਵੰਦ ਦੇ ਆਪਣੀ ਵਫਾਦਾਰੀ ਤੇ ਇਮਾਨਦਾਰੀ ਦਿਖਾਈ ਤਾਂ ਖੁਦਾ ਨੇ ਉਸਨੂੰ ਕਿਸ ਤਰ੍ਹਾਂ ਬਲੈਸ ਕੀਤਾ ਸੀ। ਤੇ ਇਹ ਗੱਲ ਉਸ ਸਮੇਂ ਦੀ ਸੀਗੀ ਕਿ ਯਰੂਸ਼ਲਮ ਦੇ ਵਿੱਚ ਜਦੋਂ ਨਬੂਕਦਨੇਸਰ ਨੇ ਚੜ੍ਹਾਈ ਕਰ ਲਈ ਸੀ ਤੇ ਉਸ ਤੇ ਯਾਨੀ ਕਿ ਯਰੂਸ਼ਲਮ ਤੇ ਕਬਜ਼ਾ ਕਰ ਲਿਆ ਸੀਗਾ। ਤਾਂ ਫਿਰ ਜੋ ਯਹੂਦੀ ਲੋਕ ਸੀਗੇ ਤੇ ਉਹ ਆਪਣਾ ਘਰ-ਬਾਰ ਛੱਡ ਕੇ ਚਲੇ ਗਏ ਸੀਗੇ। ਤੇ ਉਸ ਤੋਂ ਬਾਅਦ ਫਿਰ ਉਹ ਜਿੱਥੇ ਚਲੇ ਗਏ ਸੀਗੇ ਤਾਂ ਉਹਨਾਂ ਦਾ ਇੱਕ ਰਾਜਾ ਸੀਗਾ। ਤੇ ਜਿੱਥੇ ਉਹ ਚਲੇ ਗਏ ਸੀਗੇ ਤਾਂ ਉਸ ਰਾਜੇ ਨੇ ਯਹੂਦਾ ਦੇ ਕੁਛ ਲੋਕਾਂ ਨੂੰ ਚੁਣਿਆ ਕਿ ਉਹ ਮੇਰੀ ਸੇਵਾ ਦੀ ਲਈ ਆਉਣ ਤੇ ਕਿ ਉਹ ਮੇਰੀ ਫੌਜ ਦੇ ਵਿੱਚ ਭਰਤੀ ਹੋਣ। ਠੀਕ ਹੈ ਨਾ। ਤੇ ਉਸ ਸਮੇਂ 4 ਲੋਕ ਚੁਣੇ ਗਏ ਸੀ ਜਿਨ੍ਹਾਂ ਦੇ ਵਿੱਚ ਦਾਨੀਏਲ, ਹਨਾਇਨ, ਮਿਸ਼ਾਇਲ ਔਰ ਅਰਜ਼ਾਕ ਨਾਮਕ ਇਹ ਯਹੂਦੀ ਸੀਗੇ ਸਾਰੇ। ਤਾਂ ਕਿਉਂਕਿ ਰਾਜੇ ਨੇ ਫਿਰ ਉਹਨਾਂ ਨੂੰ ਚਾਰਾਂ ਨੂੰ ਪੂਰੀ ਸਿਕਸ਼ਾ ਦਿੱਤੀ ਸੀਗੀ ਕਿ ਉਹ ਜਾਣੀ ਕਿ ਜਿਸ ਤਰ੍ਹਾਂ ਦੇ ਪੰਡਿਤ ਸੀ ਜਾਂ ਭਵਿੱਖਬਾਣੀਆਂ ਕਰਦੇ ਸੀ, ਹਰ ਤਰ੍ਹਾਂ ਦੀ ਉਹਨਾਂ ਨੂੰ ਸਿੱਖਿਆ ਦਿੱਤੀ ਗਈ ਸੀਗੀ। ਤਾਂ ਪਰ ਜਿਹੜਾ ਦਾਨੀਏਲ ਸੀਗਾ ਤਾਂ ਉਹ ਪਰਮੇਸ਼ਵਰ ਦੇ ਵਿੱਚ ਵਿਸ਼ਵਾਸ ਰੱਖਦਾ ਸੀਗਾ ਕਿਉਂਕਿ ਦਾਨੀਏਲ ਨੂੰ ਜਦੋਂ ਲੈ ਕੇ ਗਏ ਸੀ ਉਸਦੇ ਪੇਰੈਂਟਸ ਨੇ ਉਸਨੂੰ ਕਿਹਾ ਸੀਗਾ ਕਿ ਤੂੰ ਘਬਰਾਈ ਨਾ, ਕੋਈ ਨਾ ਵੀ ਪ੍ਰਭੂ ਤੇਰੇ ਨਾਲ ਹੈਗਾ। ਤਾਂ ਕਿੱਦਾਂ ਵੀ ਮਾੜੇ ਹਾਲਾਤ ਦੇ ਹੋਣ ਤਾਂ ਲੇਕਿਨ ਤੁਸੀਂ ਵੀ ਪ੍ਰਭੂ ਦਾ ਸਾਥ ਨਹੀਂ ਛੱਡਣਾ, ਉਸਦੇ ਵਚਨ ਦੇ ਅਕੋਰਡਿੰਗ ਚੱਲਦੇ ਰਹਿਣਾ ਚਾਹੀਦਾ ਹੈ। ਕਿ ਉਸਨੂੰ ਉਸਦੇ ਪਿਤਾ ਨੇ ਐਨਕਰੇਜ ਕੀਤਾ ਸੀ ਕਿ ਤੂੰ ਵਫ਼ਾਦਾਰ ਰਹੀਂ। ਬੇਸ਼ੱਕ ਆਪਾਂ ਨੂੰ ਯਰੂਸ਼ਲਮ ਦੇ ਵਿੱਚੋਂ ਕੱਢ ਦਿੱਤਾ ਗਾ ਤਾਂ ਤੂੰ ਖੁਦਾ ਦੇ ਪ੍ਰਤੀ ਵਫ਼ਾਦਾਰ ਰਹੀਂ ਤੇ ਇਮਾਨਦਾਰ ਰਹੀਂ ਕਿ ਜੋ ਉਹਦੇ ਵਾਅਦੇ ਆ, ਜੋ ਉਹਦੇ ਕਾਨੂੰਨ ਨੇ, ਤੂੰ ਉਹਨਾਂ ਨੂੰ ਨਾ ਤੋੜੀ। ਤਾਂ ਫਿਰ ਉਸ ਰਾਜੇ ਨੇ ਚਾਰਾਂ ਨੂੰ ਜਾਣੀ ਕਿ ਯਰੂਸ਼ਲਮ ਉਸਦੇ ਦਾਨੀਏਲ ਤੇ ਜਿਹਦੇ ਉਸਦੇ 4 ਮਿੱਤਰ ਸੀਗੇ ਤਾਂ ਰਾਜਾ ਕਹਿਣ ਲੱਗਾ ਕਿ ਤੁਸੀਂ ਮੇਰੀ ਮਰਜ਼ੀ ਦੇ ਅਕੋਰਡਿੰਗ ਹਰ ਇੱਕ ਚੀਜ਼ ਕਰਨੀ ਹੈ ਕਿ ਜੋ ਵੀ ਮੈਂ ਤੁਹਾਨੂੰ ਖਾਣ ਨੂੰ ਦਿੱਤਾ ਜਾਊਗਾ ਤਾਂ ਤੁਸੀਂ ਮੇਰੀ ਉਹ ਖਾਣਾ ਵੀ ਤੁਹਾਨੂੰ ਖਾਣਾ ਪਊਗਾ ਕਿਉਂਕਿ ਉਹ ਰਾਜਾ ਉੱਪਰ ਸੀਗਾ। ਤਾਂ ਕਿ ਉਹ ਚਾਹੁੰਦਾ ਸੀ ਜਿਹੜੇ ਮੇਰੇ ਸਿਪਾਹੀ ਆ ਵੀ ਉਹ ਹੱਟੇ ਕੱਟੇ ਰਹਿਣ। ਪਰ ਦਾਨੀਏਲ ਉਹ ਚੀਜ਼ ਤੋਂ ਮਨਾ ਕਰਦਾ ਸੀਗਾ ਕਿ ਜੋ ਵੀ ਇਹ ਦਾਖ ਰਸ ਹੈ ਜਾਂ ਮਹਿੰਗੇ ਸ਼ਾਹੀ ਖਾਣੇ ਹੈਗੇ ਤਾਂ ਨਹੀਂ ਖਾਣਾ ਤੇ ਅਸੀਂ ਜਸਟ ਫਲ ਫਰੂਟ ਤੇ ਪਾਣੀ ਨਾਲ ਜਿੰਦਾ ਰਹਿ ਸਕਦੇ ਹੈਗੇ। ਤਾਂ ਫਿਰ ਜਿਹੜਾ ਉਹਨਾਂ ਦਾ ਦੇਖ ਰੇਖ ਕਰਨ ਵਾਲਾ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਜੋ ਰਾਜਾ ਹੈਗਾ ਵੀ ਮੈਨੂੰ ਡਾਂਟੂਗਾ ਕਿ ਜੇ ਤੁਸੀਂ ਕਮਜ਼ੋਰ ਹੋ ਗਏ ਤਾਂ ਰਾਜਾ ਵੀ ਮੇਰੇ ਤੇ ਗੁੱਸਾ ਹੋਊਗਾ। ਉਹ ਫਿਰ ਦਾਨੀਏਲ ਕਹਿੰਦਾ ਕਿ ਤੁਸੀਂ 10 ਦਿਨ ਸਾਨੂੰ ਪਰਤਿਆ ਕੇ ਦੇਖ ਲਓ ਕਿ ਜੇ ਅਸੀਂ ਉਹਨਾਂ ਤੋਂ ਹੱਟੇ ਕੱਟੇ ਹੋ ਗਏ ਤਾਂ ਸਾਨੂੰ ਚੁਣ ਲੈਣਾ, ਨਹੀਂ ਸਾਨੂੰ ਬਾਹਰ ਕੱਢ ਦੇਣਾ। ਤਾਂ ਅਸੀਂ ਫਿਰ ਉਸਦੇ ਅਕੋਰਡਿੰਗ ਚੱਲਾਂਗੇ, ਰਾਜ ਦੇ ਅਕੋਰਡਿੰਗ। ਫਿਰ ਉਸ ਤੋਂ ਬਾਅਦ 10 ਦਿਨ ਜਦੋਂ ਉਹਨਾਂ ਨੂੰ ਪਰਤਿਆਇਆ ਗਿਆ, ਪਰਖਿਆ ਗਿਆ ਤਾਂ ਜਿਹੜੀ ਦੂਸਰੇ ਸਿਪਾਹੀ ਸੀਗੇ ਤੇ ਉਹਨਾਂ ਨਾਲੋਂ ਉਹ ਜ਼ਿਆਦਾ ਮਜ਼ਬੂਤ ਚਿਕਨੇ ਦਿਖਾਈ ਦੇਣ ਲੱਗੇ ਸੀਗੇ। ਠੀਕ ਹੈ ਨਾ। ਤਾਂ ਪਰਮੇਸ਼ਵਰ ਤੇ ਉਹਨਾਂ ਨੇ ਭਰੋਸਾ ਰੱਖਿਆ ਕਿਉਂਕਿ ਉਹ ਹੋਰ ਕੁਛ ਨਹੀਂ ਖਾਣਾ ਚਾਹੁੰਦੇ ਸੀਗੇ। ਪ੍ਰਭੂ ਦੇ ਵਚਨ ਦੇ ਅਕੋਰਡਿੰਗ ਉਸਦਾ ਜਿਹੜਾ ਵਚਨ ਸੀ ਉਹ ਤੋੜਨਾ ਨਹੀਂ ਚਾਹੁੰਦੇ ਸੀਗੇ ਕਿ ਅਸੀਂ ਜਿਹੜਾ ਪ੍ਰਭੂ ਦਾ ਵਚਨ ਤੋੜ ਕੇ ਅਸੀਂ ਭਾਗੀਦਾਰ ਨਹੀਂ ਬਣ ਸਕਦੇ ਸੀਗੇ। ਤਾਂ ਫਿਰ ਉਹ ਪੂਰੇ ਲਈ ਚੁਣੇ ਗਏ ਤੇ ਉਹਨਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਗਈ ਸੀਗੀ। ਤੇ ਅੱਗੇ ਅੱਗੇ ਜਾ ਕੇ ਦੇਖਦੇ ਆ ਫਿਰ ਉਸ ਰਾਜੇ ਨੂੰ ਇੱਕ ਸੁਪਨਾ ਆਉਂਦਾ ਗਾ ਤੇ ਜਿਹੜਾ ਨਬੂਕਦਨੇਸਰ ਦਾ ਉਹ ਸੀ ਰਾਜਾ ਸੀਗਾ, ਉਸਨੂੰ ਇੱਕ ਸੁਪਨਾ ਆਉਂਦਾ ਗਾ
ਤਾਂ ਉਹ ਸੁਪਨੇ ਦੇ ਵਿੱਚ ਘਬਰਾਉਂਦਾ ਗਾ ਕਿ ਉਸਦਾ ਮਤਲਬ ਕੀ ਆ। ਤਾਂ ਉਸਦਾ ਮਤਲਬ ਕੋਈ ਨਹੀਂ ਦੱਸ ਸਕਦਾ ਸੀਗਾ ਕਿ ਉਸਨੇ ਬੜੇ ਗਿਆਨੀ ਇਕੱਠੇ ਕੀਤੇ, ਬੜੇ ਉਸ ਸਮੇਂ ਜਿਹੜੀ ਭਵਿੱਖਬਾਣੀ ਕਰਦੇ ਸੀਗੇ ਉਹ ਇਕੱਠੇ ਕੀਤੇ। ਤਾਂ ਉਸਨੂੰ ਕੋਈ ਉਸਦਾ ਅਰਥ ਨਹੀਂ ਦੱਸ ਸਕਦਾ ਸੀਗਾ ਕਿ ਉਹਦਾ ਫਲ ਕੀ ਹੈਗਾ। ਜੋ ਉਸਨੂੰ ਦਿਸਿਆ ਸੀਗਾ ਉਸਦਾ ਫਲ ਕੀ ਹੈਗਾ, ਉਹ ਕਿਉਂ ਦਿਸਿਆ, ਅੱਗੇ ਜਾ ਕੇ ਕੀ ਹੋ ਸਕਦਾ। ਤਾਂ ਪਰਮੇਸ਼ਵਰ ਨੇ ਇੱਕ ਦਾਨੀਏਲ ਸੀਗਾ ਜਿਸ ਨੂੰ ਉਸਨੂੰ ਵਰ ਦਿੱਤਾ ਸੀਗਾ, ਤੇ ਕਿਉਂਕਿ ਉਹ ਵਫ਼ਾਦਾਰ ਸੀ, ਇਮਾਨਦਾਰੀ ਸੀ, ਹਰ ਇੱਕ ਚੀਜ਼ ਉਸ 'ਚ ਉਹ ਸੀਗਾ, ਪਰਫੈਕਟ ਸੀਗਾ। ਤਾਂ ਫਿਰ ਉਸਨੇ ਆਪਣੇ ਮਿੱਤਰਾਂ ਨਾਲ ਪ੍ਰਾਰਥਨਾਵਾਂ ਕੀਤੀ ਕਿ ਰਾਜਾ ਜੋ ਪੁੱਛ ਰਿਹਾ ਹੈਗਾ ਸਾਥੋਂ ਕਿ ਉਸਦਾ ਅਰਥ ਕੀ ਹੈ। ਤਾਂ ਉਸਨੇ ਸਾਰਿਆਂ ਨੇ ਮਿਲ ਕੇ ਪ੍ਰਾਰਥਨਾਵਾਂ ਕੀਤੀ ਪਰਮੇਸ਼ਵਰ ਅੱਗੇ ਕਿ ਪਰਮੇਸ਼ਵਰ ਸਾਨੂੰ ਗਾਈਡ ਕਰ ਕਿ ਜੋ ਰਾਜਾ ਹੈਗਾ ਉਸਦੇ ਸੁਪਨੇ ਦਾ ਕੀ ਮਤਲਬ ਹੈ। ਤਾਂ ਮੈਂ ਉਸ ਪੜ੍ਹੂੰਗਾ ਜਦੋਂ ਉਹਨਾਂ ਨੇ ਦੁਆ ਕੀਤੀ ਤਾਂ ਪਰਮੇਸ਼ਵਰ ਵੱਲੋਂ ਉਹਨਾਂ ਨੂੰ ਬਚਨ ਮਿਲਿਆ। ਤਾਂ ਦਾਨੀਏਲ ਨੇ ਸਵਰਗ ਜਦੋਂ ਉਹਨਾਂ ਨੂੰ ਬਚਨ ਮਿਲਿਆ ਤਾਂ ਪਰਮੇਸ਼ਵਰ ਨੇ ਕਿਹਾ, परमेश्वर का नाम युग नु धन्य है क्योंकि विधि और परिक्रमा उसी की है। समय और ऋतुओं को भी वही बदलता है, राज्यों को अस्त और उदय भी वही करता है। बुद्धिमान को बुद्धि और समझने वालों को समझ भी वही देता है। वह गूढ़ और गुप्त बातों को प्रकट करता है। वह जानता है कि अंधेरे में क्या है और उसके संग सदा प्रकाश बना रहता है। हे मेरे पूर्वजों के परमेश्वर, मैं तेरा धन्यवाद और स्तुति करता हूँ क्योंकि तूने मुझे बुद्धि और शक्ति दी है और जिस वेद का खुलना हम लोगों ने तुझसे मांगा था उस उसे तूने मुझ पर प्रकट किया। तूने हमको राजा की बात बताई। हालेलुया। ਹਾਲੇਲੂਇਆ। ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਕਿਹਾ ਕਿ ਹਰ ਇੱਕ ਚੀਜ਼ ਜੋ ਖੁਦਾ ਹੈ, ਠੀਕ ਆ, ਉਹ ਸਾਨੂੰ ਬੇਸ਼ੱਕ ਜਿਹੜੀ ਆ ਹਰ ਇੱਕ ਚੀਜ਼ ਖੁਦਾ ਨੇ ਬਣਾਈ ਆ, ਰੁੱਤ ਬਸੰਤ ਜੋ ਵੀ ਹੈ, ਸਾਨੂੰ ਬੁੱਧ ਦੇਣ ਵਾਲਾ ਸਾਡਾ ਖੁਦਾ ਹੈ। ਜਿਹੜੇ ਗੁਪਤ ਗੱਲਾਂ ਗੀਆਂ ਉਹ ਸਾਨੂੰ ਅਜ਼ਹਾਰ ਕਰਾਉਂਦਾ ਹੈਗਾ, ਪ੍ਰਗਟ ਕਰਾਉਂਦਾ ਹੈਗਾ ਕਿ ਉਹਦੇ ਵਿੱਚ ਕੀ ਰਾਜ ਛੁਪੇ ਹੋਏ ਨੇ। ਕਿਉਂਕਿ ਉਸ ਰਾਜ ਨੇ ਪੂਰਾ ਜ਼ੋਰ ਲਾ ਲਿਆ ਸੀਗਾ ਕਿ ਉਸਦੇ ਸੁਪਨੇ ਦਾ ਕੋਈ ਉੱਤਰ ਦੇ ਸਕੇ, ਕਿਉਂਕਿ ਪ੍ਰਭੂ ਜਾਣਦਾ ਸੀਗਾ ਕਿ ਇੱਕ ਦਾਨੀਏਲ ਦੇ ਥਰੂ ਉਸਨੂੰ ਇਸਤੇਮਾਲ ਕਰਨਾ ਸੀਗਾ, ਕਿਉਂਕਿ ਉਹ ਵਫ਼ਾਦਾਰ, ਇਮਾਨਦਾਰ ਸੀਗਾ ਉਸ ਸਮੇਂ ਦੇ ਵਿੱਚ। ਤਾਂ ਫਿਰ ਰਾਜੇ ਨੇ ਦਾਨੀਏਲ ਨੂੰ ਚੁਣਿਆ ਉਸਦਾ ਉੱਤਰ ਦੇਣ ਲਈ, ਪਰ ਉਹਦੇ ਸ਼ਰਤ ਰੱਖੀ ਸੀ ਕਿ ਜੇ ਮੇਰੇ ਇਸ ਸਪਨ ਦਾ ਕੋਈ ਜਿਹੜਾ ਫਲ ਹੈਗਾ, ਫਲ ਵੀ ਉਸਦਾ ਮਤਲਬ ਕੀ ਹੈ ਪੂਰੇ ਦਾ, ਤਾਂ ਨਹੀਂ ਦੱਸ ਸਕਦਾ ਤਾਂ ਰਾਜੇ ਨੇ ਉਸਨੂੰ ਵੀ ਮਾਰ ਦੇਣਾ ਸੀਗਾ, ਸਾਰਿਆਂ ਨੂੰ ਜਿੰਨੇ ਵੀ ਉਸਨੇ। ਪਰ ਕਿਉਂਕਿ ਉਹਦਾ ਕੋਈ ਉੱਤਰ ਨਹੀਂ ਦੇ ਸਕਦਾ ਸੀ, ਪਰ ਦਾਨੀਏਲ ਨੇ ਪਰਮੇਸ਼ਵਰ ਅੱਗੇ ਦੁਆ ਕੀਤੀ ਕਿ ਮੈਨੂੰ ਉਸ ਸੁਪਨੇ ਦਾ ਅਰਥ ਹੈ ਉਹ ਪ੍ਰਗਟ ਕਰਾ। ਤਾਂ ਪਰਮੇਸ਼ਵਰ ਨੇ ਫਿਰ ਉਸਨੂੰ ਸੁਪਨੇ ਦੇ ਵਿੱਚ ਆ ਕੇ ਜਦੋਂ ਪ੍ਰਾਰਥਨਾਵਾਂ ਕਰਦੇ ਸੀਗੇ ਤਾਂ ਉਹਦਾ ਉੱਤਰ ਦਿੱਤਾ। ਤਾਂ ਪਰਮੇਸ਼ਵਰ ਨੇ ਫਿਰ ਕੀ ਜਦੋਂ ਉਸਨੇ ਦਾਨੀਏਲ ਨੇ ਆਪਣੇ ਰਾਜੇ ਨੂੰ ਉਸ ਸਾਰੇ ਸੁਪਨੇ ਦਾ ਅਰਥ A to Z, ਤੁਸੀਂ ਸਟੋਰੀ ਪੜ੍ਹ ਸਕਦੇ ਹੋ ਕਿਉਂਕਿ ਕਾਫ਼ੀ ਲੰਬੀ ਹੈਗੀ, ਉਹਦੇ ਵਿੱਚ ਹਰ ਇੱਕ ਚੀਜ਼ ਦਿੱਤੀ ਗਈ ਹੈ। ਤਾਂ ਦਾਨੀਏਲ ਨੇ ਉਸ ਸੁਪਨੇ ਦਾ ਉੱਤਰ ਉਸ ਸਾਰਿਆਂ ਨੂੰ, ਰਾਜੇ ਨੂੰ ਦਿੱਤਾ ਕਿ ਏਦਾਂ ਏਦਾਂ ਕਰਕੇ ਹੋਣਾ, ਏਦਾਂ ਏਦਾਂ ਕਰਕੇ ਹੋਣਾ ਗਾ। ਤਾਂ ਫਿਰ ਉਹ ਸੱਚ ਹੋਇਆ, ਜਿੱਦਾਂ ਕਿ ਹੌਲੀ ਹੌਲੀ ਅੱਗੇ ਜਾ ਕੇ ਤੁਸੀਂ ਸਟੋਰੀ ਪੜ੍ਹ ਸਕਦੇ ਹੋ ਕਿ ਸੱਚ ਹੋਇਆ। ਤਾਂ ਰਾਜਾ ਉਸਦੇ ਜਿਹੜਾ ਉਸਦਾ ਸੁਪਨਾ ਆਇਆ ਸੀ ਉਸਨੂੰ ਉੱਤਰ ਦਿੱਤਾ ਤਾਂ ਉਹ ਬਹੁਤ ਖੁਸ਼ ਹੋਇਆ। ਤਾਂ ਉਸਨੇ ਉਸ ਦੀ ਵਫ਼ਾਦਾਰੀ ਤੇ ਇਮਾਨਦਾਰੀ ਤੋਂ ਖੁਸ਼ ਹੋ ਕੇ ਉਸਨੂੰ ਬਹੁਤ ਸਾਰੇ ਗਿਫਟ ਦਿੱਤੇ, ਰਾਜੇ ਨੂੰ, ਉਦੋਂ ਦਾਨੀਏਲ ਨੂੰ। ਤਾਂ ਉਸਨੂੰ ਇਹਦੇ ਵਿੱਚ ਮੈਂ ਵਰਸ ਪੜੂੰਗਾ 46। इतना सुनकर नुक्सदार राजा के मुंह से बल गिरकर दानियन को दंडवत किया और आज्ञा दी कि बेट चढ़ाओ और उसको सुगंध वस्तुएं जलाओ। फिर राजा ने दानियल से कहा, सच तो यह है कि तुम लोगों ने परमेश्वर, सब ईश्वरों के ईश्वर, राजाओं के राजा और वेदों को खोलने वाले, इसीलिए तू यह वेद प्रगट पर पाया। तब राजा ने दानियल का पद बड़ा किया और उसको बहुत सारे
बड़े-बड़े दान दिए और आज्ञा की वह बेबीलोन के सारे प्रांत और हाकिमों का मुखिया प्रधान बने। ਤਾਂ ਫਿਰ ਰਾਜਾ ਵੀ ਉਸ ਪ੍ਰਭੂ ਦਾ ਸ਼ੁਕਰ ਕਰਨ ਲੱਗਿਆ ਕਿ ਉਹ ਰਾਜਿਆਂ ਦਾ ਰਾਜਾ ਜਿਹਨੂੰ ਤੁਸੀਂ ਮੇਰੇ ਤੇ ਭੇਦ ਪ੍ਰਗਟ ਕੀਤਾ। ਤਾਂ ਫਿਰ ਉਸ ਦਾਨੀਏਲ ਨੂੰ ਕੀ ਮਿਲਿਆ ਕਿਉਂਕਿ ਉਹ ਇੱਕ ਯਹੂਦੀ ਸੀਗਾ ਕਿ ਇੱਕ ਨੌਕਰ ਸੀਗਾ। ਕਿਉਂਕਿ ਇੱਕ ਨੌਕਰ ਨੂੰ ਫਿਰ ਉਸਨੇ ਇੰਨੀਆਂ ਸਾਰੀਆਂ ਭੇਟਾਵਾਂ ਦਿੱਤੀਆਂ ਕਿ ਉਸਨੂੰ ਇੱਕ ਮੁੱਖ ਅਧਿਕਾਰੀ ਬਣਾ ਦਿੱਤਾ ਗਿਆ। ਤਾਂ ਉਸਨੂੰ ਬਹੁਤ ਸਾਰੇ ਗਿਫਟ ਦਿੱਤੇ ਗਏ ਰਾਜੇ ਨੇ। ਤਾਂ ਉਸਨੂੰ ਇੱਕ ਪ੍ਰਧਾਨ ਬਣਾ ਦਿੱਤਾ ਗਿਆ। ਉਸੇ ਤਰ੍ਹਾਂ ਹੁਣ ਅਸੀਂ ਆਪਣੀ ਲਾਈਫ ਦੇ ਵਿੱਚ ਜਦੋਂ ਦੇਖਦੇ ਹੈਗੇ, ਅਸੀਂ ਵਫ਼ਾਦਾਰ ਚੱਲਦੇ ਹਾਂ ਜਾਂ ਇਮਾਨਦਾਰ ਚੱਲਦੇ ਹਾਂ। ਅਸੀਂ ਸਾਨੂੰ ਕੋਈ ਸਾਡੇ ਪਾਸਟਰ ਸਾਹਿਬਾਨ ਜੋ ਵੀ ਸਾਨੂੰ ਹਦਾਇਤਾਂ ਦਿੰਦੇ ਆ ਜਾਂ ਖੁਦਾ ਦੇ ਬਚਨ ਤੇ ਚੱਲਦੇ ਹਾਂ ਅਸੀਂ, ਤਾਂ ਸਾਡੇ ਅੰਦਰ ਬਹੁਤ ਸਾਰੀ ਇੱਛਾਵਾਂ ਹੁੰਦੀਆਂ ਕਿ ਸਾਨੂੰ ਉਹ ਮਿਲ ਜੇ, ਉਹ ਮਿਲ ਜੇ। ਪਰ ਅਸੀਂ ਕਿੱਥੇ ਕੁ ਸਟੈਂਡ ਕਰਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਪ੍ਰਤੀ ਵਫ਼ਾਦਾਰ ਹੈਗੇ ਹਾਂ ਕਿ ਨਹੀਂ ਹੈਗੇ। ਪਰ ਦਾਨੀਏਲ ਨੇ ਪਰਮੇਸ਼ਵਰ ਤੇ ਹਰ ਇੱਕ ਸਮੇਂ ਉਹ ਪਰਮੇਸ਼ਵਰ ਦੀ ਬੰਦਗੀ ਆਰਾਧਨਾ ਕਰਦਾ ਸੀਗਾ। ਕਿਉਂਕਿ ਉਹ ਵੀ ਦੂਜਿਆਂ ਵਾਂਗੂ ਦੂਸਰਾ ਖਾਣ-ਪਾਨ ਖਾ ਸਕਦਾ ਸੀਗਾ, ਜੋ ਸ਼ਾਹੀ ਮਹਿਲ ਦੇ ਖਾਣੇ ਆ, ਰਹਿਣ-ਸਹਿਣ ਸ਼ਾਹੀ ਲੈ ਸਕਦਾ ਸੀਗਾ, ਕਿਉਂਕਿ ਉਹਨੂੰ ਆਫਰ ਸੀਗੇ। ਪਰ ਨਹੀਂ, ਉਹ ਕਹਿੰਦਾ ਮੈਂ ਪਰਮੇਸ਼ਵਰ ਦੇ ਬਚਨ ਦੀ ਉਲੰਘਣਾ ਨਹੀਂ ਕਰਨਾ ਚਾਹੁੰਦਾ, ਕਿ ਮੈਂ ਪਰਮੇਸ਼ਵਰ ਦੇ ਬਚਨ ਦੇ ਅਕੋਰਡਿੰਗ ਹੀ ਚੱਲਣਾ। ਤਾਂ ਫਿਰ ਉਸ ਰਾਜੇ ਨੇ ਉਸਨੂੰ ਚੁਣਿਆ, ਤਾਂ ਦੇਖੋ ਪਰਮੇਸ਼ਵਰ ਦੀ ਕਿੱਡੀ ਕਰਾਮਾਤ ਹੋਈ। ਤਾਂ ਉਸਨੂੰ ਫਿਰ ਜਦੋਂ ਪਰਮੇਸ਼ਵਰ ਨੇ ਉਸਨੂੰ ਚੁਣਿਆ, ਤਾਂ ਉਸਦੇ ਸਪਨੇ ਦਾ ਉੱਤਰ ਦਿੱਤਾ ਗਾ। ਕਿਉਂਕਿ ਉਹ ਰਾਜਾ ਜਾਣਦਾ ਸੀ ਕਿ ਉਹ ਵਫ਼ਾਦਾਰ ਆ, ਕਿਉਂਕਿ ਪਹਿਲਾਂ ਵੀ ਉਹ ਵਰਤਾਇਆ ਗਿਆ ਸੀਗਾ ਖਾਣ-ਪੀਣ ਦੇ ਵਿੱਚ। ਤਾਂ ਉਸਨੇ ਕਿਹਾ ਕਿ ਮੈਂ ਸਿੰਪਲ ਫੂਡ ਖਾਊਂਗਾ ਤੇ ਪਾਣੀ ਪੀਊਂਗਾ ਜਸਟ। ਤਾਂ ਉਸੇ ਤਰ੍ਹਾਂ ਉਸਨੇ ਪ੍ਰਭੂ ਦਾ ਵਚਨ ਨਹੀਂ ਤੋੜਿਆ। ਫਿਰ ਵੀ ਉਸਦੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਮੈਂ ਇਸ ਪਦ ਦੇ ਲਈ ਅਧਿਕਾਰ ਬਣਾ, ਨਹੀਂ, ਫਿਰ ਵੀ ਉਸਨੇ ਇਨਕਾਰ ਕਰ ਦਿੱਤਾ ਸੀਗਾ। ਤਾਂ ਉਹ ਪਰਮੇਸ਼ਵਰ ਦੀ ਬੰਦਗੀ ਕਰਨ ਵਾਲਾ ਸੀਗਾ। ਤਾਂ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਪ੍ਰਤੀ ਵਫ਼ਾਦਾਰ ਹੈਗੇ ਆ ਕਿ ਨਹੀਂ ਹੈਗੇ। ਤਾਂ ਸਾਨੂੰ ਪਰਮੇਸ਼ਵਰ ਜੋ ਸਾਨੂੰ ਗਿਫਟ ਦਿੰਦਾ, ਅਸੀਂ ਉਸਦਾ ਸਹੀ ਇਸਤੇਮਾਲ ਕਰਦੇ ਹਾਂ ਕਿ ਨਹੀਂ ਕਰਦੇ। ਤਾਂ ਜਿਸ ਤਰ੍ਹਾਂ ਦਾਨੀਏਲ ਨੂੰ ਗਿਫਟ ਦਿੱਤੇ ਸੀਗੇ, ਉਹ ਇੱਕ ਅਮੀਰ ਬਣ ਸਕਦਾ ਸੀਗਾ, ਬਹੁਤ ਕੁਛ ਲੈ ਸਕਦਾ ਸੀਗਾ ਦੂਸਰੇ ਰਾਜਾ ਦੀ ਤਰ੍ਹਾਂ, ਪਰ ਨਹੀਂ, ਉਸਨੇ ਮਨਾ ਕੀਤਾ। ਤੇ ਹੁਣ ਸਾਨੂੰ ਇਹ ਸੋਚਣ ਦੀ ਲੋੜ ਹੈਗੀ ਕਿ ਅਸੀਂ ਜੇ ਪਰਮੇਸ਼ਵਰ ਦੇ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ, ਇਮਾਨਦਾਰੀ ਰਹਿੰਦੇ ਹਾਂ, ਠੀਕ ਹੈ ਨਾ, ਤਾਂ ਸਾਨੂੰ ਪਰਮੇਸ਼ਵਰ ਪਤਾ ਨਹੀਂ ਕੀ ਕੁਛ ਦੇ ਸਕਦਾ। ਅਸੀਂ ਬਚਨ ਦੇ ਵਿੱਚ ਵੀ ਲਿਖਿਆ ਕਿ ਤੁਸੀਂ ਮੇਰੇ ਰਾਜ ਦੀ ਖੋਜ ਕਰੋ, ਮੈਂ ਤੁਹਾਨੂੰ ਉਹ ਚੀਜ਼ਾਂ ਦਊਂਗਾ ਜੇ ਤੁਸੀਂ ਦੇਖੀਆਂ ਵੀ ਨਹੀਂ। ਤਾਂ ਸਾਨੂੰ ਉਸ ਪ੍ਰਭੂ ਦੇ ਵਚਨ ਤੇ ਇਮਾਨਦਾਰ, ਵਫ਼ਾਦਾਰ ਰਹਿਣ ਦੀ ਲੋੜ ਆ। ਤੇ ਕਿਉਂਕਿ ਪ੍ਰਭੂ ਸਾਨੂੰ ਹਰ ਇੱਕ ਚੀਜ਼ ਦੇਖਦਾ ਹੈਗਾ, ਅੱਗੇ ਪਿੱਛੇ ਅਸੀਂ ਕੀ ਕਰਦੇ ਹੈਗੇ। ਬੇਸ਼ੱਕ ਅਸੀਂ ਕਿੰਨੇ ਸੱਚੇ ਬਣੀ ਜਾਈਏ, ਲੇਕਿਨ ਪ੍ਰਭੂ ਸਾਨੂੰ ਜਾਣਦਾ ਹੈਗਾ। ਕਿਉਂਕਿ ਜੇ ਉਹ ਦਾਨੀਏਲ ਉਸ ਸਮੇਂ ਰਾਜੇ ਦੀ ਕਈ ਗੱਲਾਂ ਤੇ ਅਸਰ ਕਰਦਾ, ਲੇਕਿਨ ਫਿਰ ਉਸਨੂੰ ਉਹ ਗਿਫਟ ਵੀ ਨਹੀਂ ਮਿਲਣੇ ਸੀਗੇ। ਤਾਂ ਸਾਨੂੰ ਪ੍ਰਭੂ ਗਿਫਟ ਵੀ ਦਿੰਦਾ ਉਸ ਚੀਜ਼ ਨੂੰ, ਜਦੋਂ ਅਸੀਂ ਪਰਮੇਸ਼ਵਰ ਦੇ ਪ੍ਰਤੀ ਵਫ਼ਾਦਾਰ ਹੁੰਦੇ ਹਾਂ, ਇਮਾਨਦਾਰ ਹੁੰਦੇ ਹਾਂ। ਉਹ ਸਾਨੂੰ ਜਿਹੜੀਆਂ ਸਾਡੀਆਂ ਦੁਨਿਆਵੀ ਚੀਜ਼ਾਂ, ਸ਼ਾਨ ਸ਼ੌਕਤਾਂ ਆਟੋਮੈਟਿਕਲੀ ਮਿਲ ਜਾਣੀਆਂ। ਤਾਂ ਲੇਕਿਨ ਅਸੀਂ ਪਰਮੇਸ਼ਵਰ ਦੇ ਪ੍ਰਤੀ ਵਫ਼ਾਦਾਰ ਨਹੀਂ ਰਹਿੰਦੇ, ਕਿਉਂਕਿ ਸਾਡੀ ਇਨਸਾਨੀਅਤ ਫਿਤਰਤ ਹੈ ਕਿ ਕਈ ਵਾਰ ਸਾਡੇ ਤੇ ਦੁੱਖ ਆ ਜਾਣਾ, ਕਿਸੇ ਪਰੇਸ਼ਾਨੀ ਦੇ ਵਿੱਚ ਹੋ ਜਾਂਦੇ ਹਾਂ, ਅਸੀਂ ਦੁਆ ਕਰਾਉਂਦੇ ਹਾਂ ਕਿ ਸਾਨੂੰ ਉਹ ਮਿਲ ਜੇ, ਉਹ ਮਿਲ ਜੇ। ਕਈ ਵਾਰ ਸਾਡੀ ਜੋਬ ਦੀ ਟੈਨਸ਼ਨ ਹੈ, ਫਾਈਨੈਂਸ ਦੀ ਟੈਨਸ਼ਨ ਹੈ, ਲੇਕਿਨ ਦੂਜੇ ਪਾਸੇ ਕੀ ਪਰਮੇਸ਼ਵਰ ਨੂੰ ਅਸੀਂ ਆਪਣਾ ਸਹੀ ਸਮਾਂ ਦੇ ਪਾਉਂਦੇ ਹਾਂ, ਕਿ ਉਸਦੀ ਅਸੀਂ ਬਚਨ ਪੜ੍ਹਦੇ ਹਾਂ, ਉਸਦੇ ਲਈ ਬੰਦਗੀ ਕਰਦੇ ਹਾਂ, ਤੇ ਉਸਦੇ ਜਿਹੜੇ ਕਲਾਮ ਆ, ਉਸਦੇ ਵਾਅਦੇ ਆ, ਉਸ ਤੇ ਚੱਲਦੇ ਆ, ਵਫ਼ਾਦਾਰ ਹੈਗੇ ਆ। ਜਾਂ ਸਾਨੂੰ ਸਾਡੇ ਜੋ ਪਾਸਟਰ ਸਾਹਿਬਾਨ ਆ ਜਾਂ ਲੀਡਰ ਆ, ਕੋਈ ਵੀ ਸਾਨੂੰ ਕੰਮ ਕਰਨ ਲਈ ਦਿੰਦੇ ਆ, ਉਸਨੂੰ ਪੂਰੀ ਵਫ਼ਾਦਾਰੀ, ਇਮਾਨਦਾਰੀ ਨਾਲ ਨਿਭਾਉਂਦੇ ਆ। ਤੇ ਜੇ ਨਹੀਂ, ਤਾਂ ਫਿਰ ਆਪਾਂ ਨੂੰ ਖੁਦਾ ਕਿੱਦਾਂ ਬਲੈਸ ਕਰ ਸਕੂਗਾ। ਜੇ ਅਸੀਂ ਉਸਦੇ ਪ੍ਰਤੀ ਪੂਰੀ ਵਫ਼ਾਦਾਰੀ ਨਹੀਂ ਰਹਿੰਦੇ, ਇਮਾਨਦਾਰੀ ਨਹੀਂ ਰਹਿੰਦੇ, ਤਾਂ ਸਾਨੂੰ ਉਸ ਦਾਨੀਏਲ ਵਾਂਗੂ ਪਰਮੇਸ਼ਵਰ ਦੇ ਪ੍ਰਤੀ ਪੂਰਾ ਵਫ਼ਾਦਾਰ ਹੋਣਾ ਚਾਹੀਦਾ। ਜਿਹੜੇ ਉਸਨੇ ਸਾਡੇ ਨਾਲ ਵਾਅਦੇ ਕੀਤੇ ਹੈਗੇ, ਬਾਈਬਲ ਦੇ ਵਿੱਚ 10 ਵਾਅਦੇ ਆ, ਕਿ ਅਸੀਂ ਉਸ 10 ਵਾਅਦਿਆਂ ਦੀ ਪਾਲਣਾ ਕਰਦੇ ਹਾਂ। ਜੇ ਅਸੀਂ ਪਾਲਣਾ ਕਰ ਰਹੇ ਹਾਂ, ਤਾਂ ਪਰਮੇਸ਼ਵਰ ਸਾਨੂੰ ਉਹ ਚੀਜ਼ਾਂ ਪ੍ਰੋਵਾਈਡ ਕਰਾਊਗਾ ਜਿਹੜੀਆਂ ਕਦੇ ਅਸੀਂ ਸੋਚੀਆਂ ਨਹੀਂ।
ਮੈਂ ਬਹੁਤ ਜੋ ਦੇਖਿਆ ਹੈਗਾ ਕਿ ਜੋ ਪਰਮੇਸ਼ਵਰ ਦੇ ਪ੍ਰਤੀ ਵਫ਼ਾਦਾਰੀ, ਇਮਾਨਦਾਰੀ ਨਾਲ ਜੋ ਲੋਕ ਕੰਮ ਕਰਦੇ ਹੈਗੇ, ਉਹਨਾਂ ਨੂੰ ਖੁਦਾ ਹੈਗਾ ਇੰਨਾ ਕੁ ਬਲੈਸ ਕਰਦਾ ਹੈਗਾ ਕਿ ਉਸਨੂੰ ਕਿਸੇ ਦੂਸਰੇ ਲੋਕਾਂ ਕੋਲੋਂ ਮੰਗਣ ਦੀ ਲੋੜ ਨਹੀਂ ਰਹਿੰਦੀ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਦੇਖਿਆ ਹੈਗਾ ਕਿਉਂਕਿ ਕੋਈ ਸਮਾਂ ਨਹੀਂ ਹੈਗਾ ਹੁਣ ਜ਼ਿਆਦਾ, ਕਿਉਂਕਿ ਮੈਂ ਪਰਮੇਸ਼ਵਰ ਦੇ ਵਚਨ ਦੇ ਅਕੋਰਡਿੰਗ ਬੇਸ਼ੱਕ ਘੱਟ ਆ, ਪਰ ਜੇ ਅਸੀਂ ਵਫ਼ਾਦਾਰ ਰਹਿੰਦੇ ਹਾਂ ਨਾ, ਤਾਂ ਪਰਮੇਸ਼ਵਰ ਸਾਡੇ ਅਸੀਂ ਦੁਆ ਕਰਦੇ ਹਾਂ, ਬੰਦਗੀ ਕਰਦੇ ਹਾਂ ਪੂਰੇ ਦਿਲ ਨਾਲ। ਇਹ ਨਹੀਂ ਅਸੀਂ ਉੱਤੋਂ ਕੁਛ ਹੋਰ ਆ, ਅੰਦਰੋਂ ਕੁਛ ਹੋਰ ਆ। ਤਾਂ ਪਰਮੇਸ਼ਵਰ ਸਾਨੂੰ ਉਹ ਚੀਜ਼ਾਂ ਨਾਲ ਬਲੈਸ ਕਰਦਾ ਗਾ, ਜਿਹੜੀਆਂ ਅਸੀਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਗੀ, ਜਿਸ ਤਰ੍ਹਾਂ ਦਾਨੀਆਂ ਨੂੰ। ਤਾਂ ਮੈਂ ਇਹੀ ਐਨਕਰੇਜ ਕਰਨਾ ਚਾਹੁੰਦਾ ਸਾਰੇ ਭੈਣ ਭਾਈਆਂ ਨੂੰ ਕਿ ਅਸੀਂ ਦਾਨੀਅਲ ਵਰਗੇ ਬਣੀਏ। ਤੁਸੀਂ ਦਾਨੀਅਲ ਦੀ ਸਟੋਰੀ ਪੜ੍ਹੀਏ, ਬਹੁਤ ਕੁਛ ਸਾਨੂੰ ਮਿਲਣ ਨੂੰ ਮਿਲਦਾ ਉਹਦੇ ਵਿੱਚ ਕਿ ਪਰਮੇਸ਼ਵਰ ਦੇ ਪ੍ਰਤੀ ਵਫ਼ਾਦਾਰ ਰਹੋ, ਇਮਾਨਦਾਰ ਰਹੋ, ਕਿ ਝੂਠ ਨਾ ਬੋਲੋ, ਠੱਗੀ ਨਾ ਕਰੋ ਤੇ ਉਹਦੇ ਵਚਨ ਦੇ ਅਕੋਰਡਿੰਗ ਚੱਲੋ, ਜੋ ਉਸਦਾ ਪ੍ਰਭੂ ਦਾ ਵਚਨ ਕਹਿੰਦਾ ਗਾ, ਠੀਕ ਹੈ ਨਾ। ਤਾਂ ਉਹਦੀਆਂ ਸਿੱਖਿਆਵਾਂ ਤੇ ਚੱਲੋ, ਤਾਂ ਪਰਮੇਸ਼ਵਰ ਹਰ ਇੱਕ ਨੂੰ ਇੰਨਾ ਕੁ ਬਲੈਸ ਕਰ ਦੂਗਾ। ਜੋ ਭੈਣ ਭਾਈ ਪੂਰੀ ਵਫ਼ਾਦਾਰੀ, ਇਮਾਨਦਾਰੀ ਨਾਲ ਚੱਲਦੇ ਨੇ ਨਾ, ਤਾਂ ਉਸਦੀਆਂ ਬਹੁਤ ਸਾਰੀਆਂ ਐਗਜਾਮਪਲਾਂ ਨੇ। ਤਾਂ ਸਮਾਂ ਘੱਟ ਹੈਗਾ, ਤਾਂ ਉਸਨੂੰ ਪਰਮੇਸ਼ਰ ਇੰਨਾ ਕੁ ਜ਼ਿਆਦਾ ਬਲੈਸ ਕਰ ਦਿੰਦਾ ਗਾ ਕਿ ਉਹ ਕਦੇ ਸੋਚ ਵੀ ਨਹੀਂ ਪਾਉਂਦੇ ਗੀ। ਤਾਂ ਇਹ ਮੇਰਾ ਅੱਜ ਦਾ ਇਹੀ ਟੌਪਿਕ ਸੀ ਸਾਰੇ ਭੈਣ ਭਾਈ, ਵੀ ਪੂਰੀ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਪ੍ਰਭੂ ਦੇ ਕਲਾਮ ਦੇ ਅਨੁਸਾਰ ਚੱਲੋ, ਤਾਂ ਖੁਦਾ ਹਰ ਇੱਕ ਜਣੇ ਨੂੰ ਬਲੈਸ ਕਰੂਗਾ। ਆਮੀਨ, ਆਮੀਨ। ਬਲੈਸ ਯੂ ਬ੍ਰਦਰ ਜੀ, ਬਹੁਤ ਵਧੀਆ ਪ੍ਰਚਾਰ ਥੈਂਕ ਸੀ। ਯੂ ਸੋ ਮਚ।